सत श्री अकाल दोस्तों, प्यार भरी फतेह कबूल करियो। ਅੱਜ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਭਾਰਤ ਦੇ ਸੰਵਿਧਾਨ ਦਾ ਚੌਥਾ ਭਾਗ ਲੈ ਕੇ ਆਏ ਹਾਂ। ਇਹ ਸੰਵਿਧਾਨ ਡਾਕਟਰ BR ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ। ਅਸੀਂ ਤੁਹਾਨੂੰ ਹਰ ਵੀਡੀਓ ਬਾਰੇ ਵਿੱਚ ਇਹੀ ਜਾਣੂ ਕਰਵਾਉਂਦੇ ਹਾਂ ਕਿ ਇਹ ਸੰਵਿਧਾਨ ਕਿਸੇ ਜਾਤੀਵਾਦ ਜਾਂ ਕਿਸੇ ਧਰਮ ਦਾ ਨਹੀਂ, ਇਹ ਸੰਵਿਧਾਨ ਤੁਹਾਡੇ ਮੌਲਿਕ ਅਧਿਕਾਰਾਂ ਦਾ ਹੈ। ਸੋ ਇਸ ਸੰਵਿਧਾਨ ਨੂੰ ਪੜ੍ਹੀਏ ਅਤੇ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਦੇ ਵਿੱਚ ਵਿਚਾਰੀਏ। ਅੱਜ ਆਪਾਂ ਇਸ ਸੰਵਿਧਾਨ ਦਾ ਚੌਥਾ ਭਾਗ ਪੜ੍ਹਦੇ ਹਾਂ ਜੀ, ਕਿਉਂਕਿ ਚੌਥੀ ਵੀਡੀਓ ਆ ਸਾਡੀ ਇਹ। ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਅਤੇ ਲਾਈਕ ਕਰਿਆ ਕਰੋ, ਤਾਂ ਕਿ ਮੈਨੂੰ ਵੀ ਹੌਸਲਾ ਮਿਲਦਾ ਰਹੇ ਕਿ ਮੈਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਕੋਈ ਸਿੱਖਿਆ ਦੇ ਸਕਾਂ। ਸੋ ਅੱਜ ਸੰਵਿਧਾਨ ਦਾ ਅਸੀਂ ਚੌਥਾ ਭਾਗ ਪੜ੍ਹਾਂਗੇ ਜੀ। ਅਤੇ ਇਸ ਦਾ 25 ਆਰਟੀਕਲ ਹੈ ਜੀ, ਧਰਮ ਸੁਤੰਤਰਤਾ ਦਾ ਅਧਿਕਾਰ। 25 ਆਰਟੀਕਲ ਕਹਿੰਦਾ ਜੀ, ਧਰਮ ਨੂੰ ਮੰਨਣ, ਆਚਰਣ ਕਰਨ ਅਤੇ ਪ੍ਰਚਾਰ ਕਰਨ ਦੀ ਸੁਤੰਤਰਤਾ। ਲੋਕ ਵਿਵਸਥਾ, ਸਦਾਚਾਰ, ਸਿਹਤ ਆਦਿ ਦਾ ਧਿਆਨ ਰੱਖਦੇ ਹੋਏ ਸਾਰੇ ਵਿਅਕਤੀਆਂ ਨੂੰ ਜ਼ਮੀਨ ਦੀ ਸੁਤੰਤਰਤਾ ਅਤੇ ਧਰਮ ਨੂੰ ਬਿਨਾਂ ਕਿਸੇ ਰੁਕਾਵਟ, ਸੰਕਟ, ਆਚਰਣ ਕਰਨ ਦੇ ਪ੍ਰਚਾਰ ਕਰਨ ਦਾ ਬਰਾਬਰ ਹੱਕ ਹੋਵੇਗਾ। ਧਾਰਮਿਕ ਆਚਰਣ ਨਾਲ ਸੰਬੰਧਿਤ ਕਿਸੇ ਆਰਥਿਕ, ਵਿੱਤੀ, ਰਾਜਨੀਤੀ ਜਾਂ ਦੁਨਿਆਵੀ ਰਸਮਾਂ ਆਦਿ ਪੱਖਾਂ ਬਾਰੇ ਨੇਮ ਬਣਾ ਸਕਦੀ ਹੈ ਜੀ। ਇਹਦੇ ਵਿੱਚ ਸਾਨੂੰ ਆਰਟੀਕਲ 25 ਦੇ ਵਿੱਚ ਸੰਵਿਧਾਨ ਕੀ ਕਹਿੰਦਾ ਜੀ ਕਿ ਲੋਕਾਂ ਨੂੰ ਸਦਾਚਾਰ, ਸਿਹਤ, ਧਰਮ, ਆਚਰਣ ਕਰਨ ਦਾ ਅਧਿਕਾਰ ਹੈ ਜੀ। ਕੋਈ ਵੀ ਮਨੁੱਖ ਬਿਨਾਂ ਕਿਸੇ ਪਾਬੰਦੀ ਦੇ ਕਿਸੇ ਧਰਮ ਨੂੰ ਵੀ ਅਪਣਾ ਸਕਦਾ, ਕਿਸੇ ਮਜ਼ਹਬ ਨੂੰ, ਕਿਸੇ ਧਰਮ ਵਿੱਚ ਵੀ ਜਾ ਸਕਦਾ। ਉਹਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ, ਕੋਈ ਸੰਕਟ ਨਹੀਂ ਪਾ ਸਕਦਾ। ਇਸ ਦਾ ਉਸ ਨੂੰ ਬਰਾਬਰ ਦਾ ਅਧਿਕਾਰ ਆ। ਅੱਗੇ ਕੀ ਕਹਿੰਦੇ ਆ ਜੀ, ਸਮਾਜਿਕ ਕਲਿਆਣ ਅਤੇ ਸੁਧਾਰ ਲਈ ਜਾਂ ਸਵਰਜਨਕ ਕਿਸਮਾਂ ਦੀਆਂ ਹਿੰਦੂ ਦੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੇ ਵਰਗਾਂ ਲਈ ਖੋਲ੍ਹਣ ਦਾ ਅਨੁਰੋਧ ਹੈ। ਸਪਸ਼ਟੀਕਰਨ, ਕਿਰਪਾਨ ਧਾਰਨ ਕਰਨਾ ਅਤੇ ਕਿਰਪਾਨ ਲੈ ਕੇ ਚੱਲਣਾ ਸਿੱਖ ਧਰਮ ਨੂੰ ਮੰਨਣ ਦਾ ਹਿੱਸਾ ਸਮਝਿਆ ਜਾਵੇਗਾ। ਲਓ ਜੀ, ਇਹਦੇ ਵਿੱਚ ਆਰਟੀਕਲ 25 ਦੇ ਵਿੱਚ ਲਿਖਿਆ, ਜੋ ਗੁਰਸਿੱਖ ਨੇ, ਜੋ ਪੂਰਨ ਤੌਰ 'ਤੇ ਸਿੱਖ ਨੇ, ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਕਿਰਪਾਨ ਧਾਰਨ ਕਰਨ ਦੀ ਪੂਰੀ ਇਜਾਜ਼ਤ ਆ ਜੀ। ਕਿਰਪਾਨ ਸ੍ਰੀ ਸਾਹਿਬ ਲੈ ਕੇ ਨਾਲ ਚੱਲਣ ਦੀ ਪੂਰੀ ਇਜਾਜ਼ਤ ਆ। ਇਸ ਨੂੰ ਉਸ ਧਰਮ ਦਾ ਇੱਕ ਹਿੱਸਾ ਮੰਨਿਆ ਜਾਣਾ ਚਾਹੀਦਾ ਜੀ। ਕਿਤੇ ਵੀ ਜੋ ਪੂਰਨ ਤੌਰ 'ਤੇ ਸਿੱਖ ਬੰਦਾ, ਗੁਰੂ ਕਾ ਸਿੱਖ ਆ, ਉਹਨੂੰ ਕਿਸੇ ਵੀ ਕਿਸਮ ਦਾ ਉਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਅਤੇ ਕਿ ਤੂੰ ਕਿਰਪਾਨ ਪਾ ਕੇ ਜਾਂ ਸ੍ਰੀ ਸਾਹਿਬ ਲੈ ਕੇ ਕਿਤੇ ਜਾ ਸਕਦਾ। ਬਹੁਤੀਆਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਵੀ ਬਹੁਤੀਆਂ ਏਅਰਲਾਈਨਾਂ ਦੇ ਵਿੱਚ ਜਦੋਂ ਤੁਹਾਨੂੰ ਜਹਾਜ਼ ਦੇ ਵਿੱਚ ਚਾੜ੍ਹਿਆ ਜਾਂਦਾ ਤਾਂ ਥੋਤੋਂ ਕਿਰਪਾਨ ਅਤੇ ਸ੍ਰੀ ਸਾਹਿਬ ਲੈ ਲਿਆ ਜਾਂਦਾ। ਸਪਸ਼ਟੀਕਰਨ ਇਹ ਆ ਜੀ, ਹਿੰਦੂਆਂ ਲਈ ਨਿਰਦੇਸ਼ ਦਾ ਇਹ ਅਰਥ ਲਾਇਆ ਜਾਵੇਗਾ ਕਿ ਉਸ ਦੇ ਤਹਿਤ ਸਿੱਖ, ਜੈਨ ਜਾਂ ਬੁੱਧ ਧਰਮ ਨੂੰ ਮੰਨਣ ਵਾਲੇ ਵਿਅਕਤੀਆਂ ਪ੍ਰਤੀ ਨਿਰਦੇਸ਼ ਅਤੇ ਹਿੰਦੂਆਂ ਦੀਆਂ ਧਾਰਮਿਕ ਸੰਸਥਾਵਾਂ ਪ੍ਰਤੀ ਨਿਰਦੇਸ਼ ਦਾ ਅਰਥ ਭਾਵ ਵੀ ਇਸ ਤਰ੍ਹਾਂ ਲਾਇਆ ਜਾਵੇ। ਲਓ ਜੀ, ਆਰਟੀਕਲ 26 ਵਿੱਚ ਕੀ ਲਿਖਿਆ, ਧਾਰਮਿਕ ਕੰਮਾਂ ਅਤੇ ਪ੍ਰਬੰਧ ਦੀ ਸੁਤੰਤਰਤਾ। ਲੋਕ ਵਿਵਸਥਾ, ਸਦਾਚਾਰ ਅਤੇ ਸਿਹਤ ਦਾ ਧਿਆਨ ਰੱਖਦੇ ਹੋਏ ਹਰੇਕ ਸੰਪਰਦਾਇ, ਧਾਰਮਿਕ ਸੰਪਰਦਾਇ ਜਾਂ ਉਸਦੇ ਕਿਸੇ ਹਿੱਸੇ ਨੂੰ ਨੰਬਰ 1 ਧਾਰਮਿਕ ਕਾਰਜਾਂ ਦੇ ਪ੍ਰਬੰਧ ਲਈ ਸੰਸਥਾਵਾਂ ਦੀ ਸਥਾਪਨਾ ਅਤੇ ਉਹਨਾਂ ਦਾ ਪੋਸ਼ਣ ਕਰਨਾ। ਨੰਬਰ 2 ਆਪਣੇ ਧਾਰਮਿਕ ਕਾਰਜਾਂ ਦਾ ਪ੍ਰਬੰਧ ਕਰਨਾ। ਨੰਬਰ 3 ਸੰਪੱਤੀ ਆਦਿ ਬਣਾਉਣੀ ਦਾ ਮਾਲਕੀ ਅਧਿਕਾਰ। ਨੰਬਰ 4 ਜਿਹੀ ਜਾਇਦਾਦ ਦਾ ਕਾਨੂੰਨ ਅਨੁਸਾਰ ਪ੍ਰਸ਼ਾਸਨ ਦਾ ਅਧਿਕਾਰ ਹੋਵੇਗਾ। ਲਓ ਜੀ, ਆਰਟੀਕਲ 26 ਵਿੱਚ ਕੀ ਲਿਖਿਆ ਜੀ, ਧਾਰਮਿਕ ਕੰਮਾਂ ਅਤੇ ਪ੍ਰਬੰਧਾਂ ਦੀ ਸੁਤੰਤਰਤਾ। ਧਾਰਮਿਕ ਕਾਰਜਾਂ ਲਈ ਸੰਸਥਾਵਾਂ ਦੀ ਸਥਾਪਨਾ ਤੁਸੀਂ ਕਰ ਸਕਦੇ ਹੋ ਜੀ। ਕਿਤੇ ਵੀ ਕੋਈ ਵੀ ਸਥਾਨ ਤੁਸੀਂ ਚੁਣ ਸਕਦੇ ਹੋ। ਆਪਣੇ ਧਾਰਮਿਕ ਕਾਰਜਾਂ ਲਈ ਪ੍ਰਬੰਧ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ। ਸੰਪੱਤੀ ਆਦਿ ਬਣਾਉਣ ਦਾ ਮਾਲਕ ਤੁਸੀਂ ਆਪਣੀ ਸੰਪੱਤੀ ਬਣਾ ਸਕਦੇ ਹੋ ਜੀ, ਆਪਣੇ ਸਾਧਨ ਬਣਾ ਸਕਦੇ ਹੋ, ਆਪਣਾ ਘਰ-ਬਾਰ ਬਣਾ ਸਕਦੇ ਹੋ, ਗੱਡੀ ਮੋਟਰ ਕਾਰਾਂ ਆਪਣੀ ਲੈ ਸਕਦੇ ਹੋ। ਤੁਹਾਨੂੰ ਪੂਰਾ ਅਧਿਕਾਰ ਹੈ ਜੀ। ਨੰਬਰ 4 ਅਜਿਹੀ ਜਾਇਦਾਦ ਦਾ ਕਾਨੂੰਨ ਅਨੁਸਾਰ ਪ੍ਰਬੰਧ ਕਰਨ ਦਾ ਅਧਿਕਾਰ ਹੋਵੇਗਾ। ਜੋ ਜੀ ਕਾਨੂੰਨ ਦਾ ਅਧਿਕਾਰ ਆ ਜਿਸ ਜਾਇਦਾਦ 'ਤੇ
ਉਸ ਦਾ ਤੁਹਾਨੂੰ ਉਸੇ ਤਰ੍ਹਾਂ ਹੀ ਪਾਲਣ ਕਰਨਾ ਪਊਗਾ ਜਿਸ ਤਰ੍ਹਾਂ ਰਾਜ ਸਰਕਾਰਾਂ ਤੁਹਾਨੂੰ ਕਹਿਣਗੇ, ਕਿਉਂਕਿ ਉਹ ਇੱਕ ਸਰਕਾਰੀ ਪ੍ਰਾਪਰਟੀ ਆ ਜੀ। ਆਰਟੀਕਲ 17 ਕਹਿੰਦਾ ਜੀ ਕਿਸੇ ਵਿਸ਼ੇਸ਼ ਧਰਮ ਦੇ ਪ੍ਰਚਾਰ ਲਈ ਕਰ ਲਾਉਣ ਹਿੱਤ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ। ਆਰਟੀਕਲ 17 ਵਿੱਚ ਜੀ ਪੂਰਨ ਰੂਪ ਵਿੱਚ ਲਿਖਿਆ ਵੀ ਜੇ ਤੁਸੀਂ ਕੋਈ ਧਰਮ ਪ੍ਰਚਾਰ ਕਰ ਰਹੇ ਹੋ ਜਾਂ ਕਿਸੇ ਆਪਣੇ ਧਾਰਮਿਕ ਸਥਾਨਾਂ ਜਾਂ ਧਾਰਮਿਕ ਮਜ਼੍ਹਬਾਂ ਲਈ ਕੋਈ ਚੰਦਾ ਇਕੱਠਾ ਕਰ ਰਹੇ ਹੋ ਜਾਂ ਕੋਈ ਸੇਵਾ ਲੈ ਰਹੇ ਹੋ ਤਾਂ ਤੁਸੀਂ ਕਿਸੇ ਵਿਅਕਤੀ ਨੂੰ ਮਜਬੂਰ ਨਹੀਂ ਕਰ ਸਕਦੇ ਵੀ ਤੂੰ ਇਹ ਚੰਦਾ ਦੇਣਾ ਹੀ ਆ। ਉਹ ਆਪਦੀ ਗੁੰਜਾਇਸ਼ ਅਨੁਸਾਰ ਦੇ ਸਕਦਾ ਜੀ, ਤੁਸੀਂ ਉਸ ਨਾਲ ਧੱਕਾ ਨਹੀਂ ਕਰ ਸਕਦੇ। ਨੰਬਰ ਆਰਟੀਕਲ 27 ਵਿੱਚ ਸੰਵਿਧਾਨ ਦੇ ਵਿੱਚ ਜੀ ਦਰਜ ਆ। ਆਰਟੀਕਲ 28 ਕੀ ਕਹਿੰਦਾ ਜੀ ਕੁਝ ਸਿੱਖਿਆ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਜਾਂ ਧਾਰਮਿਕ ਪੂਜਾ ਪਾਠ ਵਿੱਚ ਹਾਜ਼ਰ ਹੋਣ ਦੀ ਸੁਤੰਤਰਤਾ। ਆਰਟੀਕਲ 26 ਵਿੱਚ ਲਿਖਿਆ ਜੀ ਤੁਹਾਨੂੰ ਧਾਰਮਿਕ ਸਿੱਖਿਆ ਲਈ ਧਾਰਮਿਕ ਪੂਜਾ ਪਾਠ ਵਿੱਚ ਹਾਜ਼ਰ ਹੋਣ ਦੀ ਪੂਰਨ ਸੁਤੰਤਰਤਾ, ਉਹ ਚਾਹੇ ਕਿਸੇ ਮਜ਼ਹਬ ਜਾਂ ਕਿਸੇ ਧਰਮ ਦਾ ਹੋਵੇ ਜੀ, ਉੱਥੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਨੰਬਰ 1 ਕਹਿੰਦਾ ਜੀ ਪੂਰਨ ਤਰ੍ਹਾਂ ਰਾਜ ਦੇ ਧਨ ਨਾਲ ਚੱਲ ਰਹੀ ਕਿਸੇ ਸਿੱਖਿਆ ਸੰਸਥਾਵਾਂ ਵਿੱਚੋਂ ਕੋਈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। 1 ਨੰਬਰ ਕਹਿੰਦਾ ਜੀ ਪੂਰੀ ਤਰ੍ਹਾਂ ਰਾਜ ਦੇ ਧਨ ਨਾਲ ਚੱਲ ਰਹੀ ਸਿੱਖਿਆ, ਵੀ ਜਿਸ ਰਾਜਾਂ ਵਿੱਚ ਧਨ ਨਾਲ ਸਿੱਖਿਆ ਚੱਲ ਰਹੀ ਆ ਉਸ ਸਥਾਨਾਂ 'ਤੇ ਕੋਈ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ, ਕਿਉਂਕਿ ਉੱਥੇ ਪੈਸਾ ਜੀ, ਉੱਥੇ ਫਿਰ ਤੁਸੀਂ ਆਪਣੇ ਧਰਮ ਬਾਰੇ ਉਹ ਜਾਣਕਾਰੀ ਸਿੱਖਿਆ ਸੰਸਥਾਵਾਂ ਨਹੀਂ ਪ੍ਰਾਪਤ ਕਰ ਸਕਦੇ ਜਿੱਥੇ ਪੈਸੇ ਨਾਲ ਤੁਹਾਨੂੰ ਅਜਿਹਾ ਧਰਮ ਲਈ ਪ੍ਰਚਾਰ ਕੀਤਾ ਜਾਂਦਾ। ਨੰਬਰ 2 ਕਹਿੰਦਾ ਜੀ 28 ਆਰਟੀਕਲ ਦਾ ਇਹ ਗੱਲ ਕਿਸੇ ਅਜਿਹੀ ਸੰਸਥਾ ਉੱਤੇ ਲਾਗੂ ਨਹੀਂ ਹੋਵੇਗੀ ਜਿਸ ਦਾ ਕੰਮਕਾਰ ਰਾਜ ਚਲਾਉਂਦਾ ਹੈ, ਪਰ ਜੋ ਕਿਸੇ ਅਜਿਹੇ ਨਿਯਮ ਅਧੀਨ ਸਥਾਪਿਤ ਹੋਈ ਹੈ ਕਿਸੇ ਅਨੁਸਾਰ ਉਸ ਸੰਸਥਾ ਵਿੱਚ ਧਾਰਮਿਕ ਸਿੱਖਿਆ ਦੇਣਾ ਜ਼ਰੂਰੀ ਹੈ। ਆਰਟੀਕਲ 28 ਦਾ ਜੀ 2 ਨੰਬਰ ਕਹਿੰਦਾ ਵੀ ਇਹ ਗੱਲ ਕਿਸੇ ਅਜਿਹੀ ਸੰਸਥਾ 'ਤੇ ਲਾਗੂ ਨਹੀਂ ਹੋਵੇਗੀ ਜਿਸ ਦਾ ਕੰਮਕਾਰ ਰਾਜ ਚਲਾਉਂਦਾ ਹੈ। ਜੋ ਰਾਜ ਚਲਾ ਰਿਹਾ ਅਜਿਹੀ ਸਿੱਖਿਆ ਸੰਸਥਾ ਉੱਤੇ ਲਾਗੂ ਨਹੀਂ ਹੁੰਦੀ ਜੀ, ਪਰ ਜੋ ਕਿਸੇ ਨਿਯਮ ਅਧੀਨ ਜਾਂ ਉਸ ਸੰਬੰਧੀ ਸਰਕਾਰ ਨੇ ਕੋਈ ਨਿਯਮ ਬਣਾਇਆ ਹੋਵੇ ਉਸ ਨੂੰ ਅਸੀਂ ਸਥਾਪਿਤ ਕਰ ਸਕਦੇ ਹਾਂ ਅਤੇ ਉਸ ਸੰਸਥਾ ਵਿੱਚ ਅਸੀਂ ਧਾਰਮਿਕ ਸਿੱਖਿਆ ਦੇਣਾ ਸਾਡੇ ਲਈ ਜਾਂ ਸਾਡੇ ਪੈਰੋਕਾਰਾਂ ਲਈ ਜਾਂ ਸਾਨੂੰ ਜੋ ਅਧਿਆਪਕ ਪੜ੍ਹਾ ਰਹੇ ਨੇ ਉਹਨਾਂ ਨੂੰ ਪੈਰੋਕਾਰ ਵੀ ਕਹਿ ਸਕਦੇ ਹੋ ਤੁਸੀਂ, ਉਹਨਾਂ ਲਈ ਸਾਨੂੰ ਉਹ ਮੁੱਢਲੀ ਸਿੱਖਿਆ ਦੇਣਾ ਜ਼ਰੂਰੀ ਹੋਵੇਗਾ। ਆਰਟੀਕਲ 28 ਦਾ 3 ਨੰਬਰ ਕਹਿੰਦਾ ਰਾਜ ਤੋਂ ਮਾਨਤਾ ਪ੍ਰਾਪਤ ਜਾਂ ਰਾਜ ਖਜ਼ਾਨੇ ਤੋਂ ਸਹਾਇਤਾ ਲੈਣ ਵਾਲੀਆਂ ਸਿੱਖਿਆ ਸੰਸਥਾਵਾਂ ਵਿੱਚ ਹਾਜ਼ਰ ਹੋਣ ਵਾਲੇ ਕਿਸੇ ਵਿਅਕਤੀ ਨੂੰ ਅਜਿਹੀ ਸੰਸਥਾ ਵਿੱਚ ਦਿੱਤੀ ਜਾਣ ਵਾਲੀ ਧਾਰਮਿਕ ਸਿੱਖਿਆ ਵਿੱਚ ਹਿੱਸਾ ਲੈਣ ਲਈ ਜਾਂ ਐਸੀ ਸੰਸਥਾ ਵਿੱਚ ਜਾਂ ਇਸ ਨਾਲ ਜੁੜੇ ਹੋਏ ਸਥਾਨ 'ਤੇ ਕੀਤੇ ਜਾਣ ਵਾਲੀ ਧਾਰਮਿਕ ਪਾਠ ਪੂਜਾ ਵਿੱਚ ਹਾਜ਼ਰ ਹੋਣ ਲਈ ਉਦੋਂ ਤੱਕ ਮਜਬੂਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਸ ਵਿਅਕਤੀ ਨੇ ਜਾਂ ਉਹ ਬਾਲਗ ਨਹੀਂ ਹੈ ਉਸ ਨੂੰ ਸਰਪ੍ਰਸਤ ਦੇ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਜਾਂਦੀ। ਇਸ ਆਰਟੀਕਲ 28 ਦੇ 3 ਨੰਬਰ 'ਤੇ ਲਿਖਿਆ ਜੀ ਕਿਸੇ ਰਾਜ ਤੋਂ ਤੁਸੀਂ ਮਾਨਤਾ ਪ੍ਰਾਪਤ ਲੈਣੀ ਆ ਜਾਂ ਰਾਜ ਖਜ਼ਾਨੇ ਤੋਂ ਸਹਾਇਤਾ ਲੈਣੀ ਆ ਜਾਂ ਸਿੱਖਿਆ ਲੈਣ ਲਈ ਹਾਜ਼ਰ ਹੋਣ ਵਾਲੇ ਵਿਅਕਤੀ ਨੂੰ ਅਜਿਹੀ ਸੰਸਥਾ ਵਿੱਚ ਦਿੱਤੀ ਜਾਣ ਵਾਲੀ ਧਾਰਮਿਕ ਸਿੱਖਿਆ ਵਿੱਚ ਹਿੱਸਾ ਲੈਣਾ ਜ਼ਰੂਰੀ ਆ ਜੀ। ਐਸੀ ਸੰਸਥਾ ਵਿੱਚ ਜੁੜੇ ਸਥਾਨਾਂ ਲਈ ਧਾਰਮਿਕ ਪਾਠ ਪੂਜਾ ਵਿੱਚ ਹਾਜ਼ਰ ਹੋਣ ਲਈ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਉਹ ਵਿਅਕਤੀ ਦੀ ਪੂਰੀ ਸੁਤੰਤਰਤਾ ਜੀ, ਉਹ ਜੇ ਉਹਦਾ ਮਨ ਕਰਦਾ ਉਹ ਜਾਵੇ, ਜੇ ਉਹਦਾ ਮਨ ਕਰਦਾ ਨਾ ਜਾਵੇ, ਤੁਸੀਂ ਉਹਨੂੰ ਧੱਕੇ ਨਾਲ ਕਿਤੇ ਲਿਜਾ ਨਹੀਂ ਸਕਦੇ। ਇਹ ਆਰਟੀਕਲ 28 ਦੇ ਵਿੱਚ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਪੂਰਨ ਆਜ਼ਾਦੀ ਲੈ ਕੇ ਦਿੱਤੀ ਹੈ ਜੀ। ਤੁਹਾਡੇ ਹੀ ਮੌਲਿਕ ਅਧਿਕਾਰ ਨੇ ਜੋ ਤੁਹਾਨੂੰ ਹੀ ਦਿੱਤੇ ਨੇ ਅਤੇ ਤੁਹਾਡੇ ਹੀ ਜ਼ਿੰਦਗੀ ਵਿੱਚ ਉਹ ਲਾਗੂ ਹੁੰਦੇ ਨੇ। ਨੰਬਰ 5 ਕਹਿੰਦਾ ਜੀ ਕਲਚਰ ਅਤੇ ਸਿੱਖਿਆ ਸੰਬੰਧੀ ਅਧਿਕਾਰ। ਇਹਦੇ ਵਿੱਚ ਆਰਟੀਕਲ 29 ਆਉਂਦਾ ਜੀ ਘੱਟ ਗਿਣਤੀ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ। ਭਾਰਤ ਦੇ ਰਾਜ ਖੇਤਰ ਜਾਂ ਉਸ ਦੇ ਕਿਸੇ ਹਿੱਸੇ ਦੇ ਨਿਵਾਸੀ ਨਾਗਰਿਕਾਂ ਦੇ ਕਿਸੇ ਹਿੱਸੇ ਨੂੰ ਜਿਸ ਦੀ ਆਪਣੀ ਵਿਸ਼ੇਸ਼ ਭਾਸ਼ਾ ਲਿਪੀ ਜਾਂ ਸੰਸਕ੍ਰਿਤੀ ਹੈ ਉਸ ਨੂੰ ਬਣਾਈ ਰੱਖਣ ਦਾ ਅਧਿਕਾਰ ਹੋਵੇਗਾ। ਲਓ ਜੀ ਪਿੱਛੇ ਜਿਹਾ ਬੜਾ ਰੌਲਾ ਪਿਆ ਸੀ ਸਾਡੇ ਪੰਜਾਬ ਵਿੱਚ ਜੋ ਬੈਨਰਾਂ ਉੱਤੇ ਸਭ ਤੋਂ ਪਹਿਲਾਂ ਹਿੰਦੀ ਵਿੱਚ ਲਿਖਿਆ ਜਾਂਦਾ ਸੀ, ਉਸ ਤੋਂ ਬਾਅਦ ਪੰਜਾਬੀ ਅਤੇ ਇੰਗਲਿਸ਼ ਲਿਖੀ ਜਾਂਦੀ ਸੀ ਜਾਂ ਇੰਗਲਿਸ਼ ਤੋਂ ਥੱਲੇ ਪੰਜਾਬੀ ਦਿੱਤੀ ਜਾਂਦੀ ਸੀ। ਪਰ ਆਰਟੀਕਲ 29 ਦੇ ਵਿੱਚ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਪੂਰਨ ਤੌਰ 'ਤੇ ਸੁਤੰਤਰਤਾ ਦਿੱਤੀ ਹੈ।
ਜਿਸ ਰਾਜ ਖੇਤਰ ਵਿੱਚ ਰਹਿੰਦੇ ਹੋ ਤੁਸੀਂ, ਜਿਸ ਰਾਜ ਦੇ ਨਾਗਰਿਕ ਹੋ, ਉਸ ਰਾਜ ਦੀ ਜਿਹੜੀ ਭਾਸ਼ਾ ਉਸ ਨੂੰ ਸਭ ਤੋਂ ਪਹਿਲਾਂ ਮਾਨਤਾ ਮਿਲੂਗੀ ਤੇ ਉਸ ਨੂੰ ਬਣਾਈ ਰੱਖਣ ਦਾ ਅਧਿਕਾਰ ਵੀ ਤੁਹਾਡੇ ਪਾਸ ਹੋਵੇਗਾ। ਸੋ ਅੱਗੇ ਪੜ੍ਹਦੇ ਹਾਂ ਜੀ। ਰਾਜ ਤੋਂ ਸਹਾਇਤਾ ਪ੍ਰਾਪਤ ਕਰਨ ਵਾਲੀ ਕਿਸੇ ਸੰਸਥਾ ਵਿੱਚ ਦਾਖਲੇ ਲੈਣ ਲਈ ਕਿਸੇ ਵੀ ਨਾਗਰਿਕ ਨੂੰ ਕੇਵਲ ਸਭਾ, ਮੂਲ ਵੰਸ਼ ਜਾਂ ਭਾਸ਼ਾ, ਜਾਤ ਜਾਂ ਇਹਨਾਂ ਵਿੱਚੋਂ ਕਿਸੇ ਆਧਾਰ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਆਰਟੀਕਲ 29 ਦੇ ਵਿੱਚ ਲਿਖਿਆ ਜੀ, ਰਾਜ ਤੋਂ ਜੇ ਤੁਸੀਂ ਕੋਈ ਸਹਾਇਤਾ ਪ੍ਰਾਪਤ ਕਰਨੀ ਆ ਜਾਂ ਕਿਸੇ ਪ੍ਰਕਾਰ ਦੀ ਸਿੱਖਿਆ ਸੰਸਥਾ ਵਿੱਚ, ਸਕੂਲਾਂ ਵਿੱਚ, ਕਾਲਜਾਂ ਵਿੱਚ ਕਿਤੇ ਵੀ ਤੁਸੀਂ ਦਾਖਲਾ ਲੈਣਾ ਤਾਂ ਉਸ ਨਾਗਰਿਕ ਨੂੰ ਮੂਲ ਵੰਸ਼ ਜਾਂ ਉਸ ਦੀ ਜਾਤ ਜਾਂ ਭਾਸ਼ਾ ਜਾਂ ਧਰਮ ਦੇ ਆਧਾਰ 'ਤੇ ਉਸ ਅਧਿਕਾਰ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਉਹ ਬਿਨਾਂ ਭੇਦਭਾਵ ਤੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਦਾ ਤੇ ਇਸ ਭਾਰਤ ਦਾ ਨਾਗਰਿਕ ਹੋਣ ਕਰਕੇ ਹਰ ਅਧਿਕਾਰ ਤੇ ਆਪਣਾ ਹੱਕ ਜਮਾਉਣ ਵਿੱਚ ਜੀ ਕਾਬਜ ਹੋਊਗਾ। ਆਰਟੀਕਲ 30 ਕਹਿੰਦਾ ਜੀ, ਸਿੱਖਿਆ ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਬੰਧ ਕਰਨ ਦਾ ਘੱਟ ਗਿਣਤੀ ਵਰਗਾਂ ਨੂੰ ਅਧਿਕਾਰ। ਆਰਟੀਕਲ 30 ਵਿੱਚ ਲਿਖਿਆ ਜੀ, ਧਰਮ ਜਾਂ ਭਾਸ਼ਾ ਦੇ ਆਧਾਰਿਤ ਸਾਰੇ ਘੱਟ ਗਿਣਤੀ ਵਰਗਾਂ ਨੂੰ ਆਪਣੀ ਰੁਚੀ ਦੀ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਅਤੇ ਪ੍ਰਬੰਧਿਤ ਕਰਨ ਦਾ ਅਧਿਕਾਰ ਹੋਵੇਗਾ। ਲਓ ਜੀ, ਆਰਟੀਕਲ 30 ਵਿੱਚ ਕਹਿੰਦਾ ਜੀ, ਧਰਮ ਜਾਂ ਭਾਸ਼ਾ ਦੇ ਆਧਾਰਿਤ ਸਾਰੇ ਘੱਟ ਗਿਣਤੀ ਵਰਗਾਂ ਨੂੰ, ਜੋ ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਨੇ, ਘੱਟ ਗਿਣਤੀ ਵਰਗ ਨੇ, ਉਹਨਾਂ ਨੂੰ ਆਪਣੀ ਰੁਚੀ, ਆਪਣੀ ਮਨਮਰਜ਼ੀ ਅਨੁਸਾਰ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕਰਨ ਦਾ, ਪ੍ਰਬੰਧ ਕਰਨ ਦਾ ਜਾਂ ਆਪਣੀਆਂ ਸਿੱਖਿਆ ਸੰਸਥਾਵਾਂ ਬਣਾਉਣ ਦਾ ਜੀ ਪੂਰਨ ਰੂਪ ਵਿੱਚ ਅਧਿਕਾਰ ਹੈ ਤੇ ਉਹ ਪ੍ਰਬੰਧ ਕਰ ਸਕਦਾ। ਪਰ ਇਹਨਾਂ ਲਈ ਜਾਇਦਾਦ ਖਰੀਦਣ ਦੀ ਵਿਧੀ ਕਾਨੂੰਨ ਅਨੁਸਾਰ ਹੋਣੀ ਚਾਹੀਦੀ ਹੈ। ਆਰਟੀਕਲ 30 ਕਹਿੰਦਾ ਜੀ, ਜੇ ਤੁਸੀਂ ਇੱਕ ਘੱਟ ਗਿਣਤੀ ਵਰਗ ਨਾਲ ਸੰਬੰਧ ਰੱਖਦੇ ਹੋ ਜਾਂ ਰੁਚੀ ਰੱਖਦੇ ਹੋ, ਸਿੱਖਿਆ ਸੰਸਥਾਵਾਂ ਬਣਾਉਣ ਦੀ ਰੁਚੀ ਰੱਖਦੇ ਹੋ, ਤਾਂ ਜੋ ਤੁਸੀਂ ਜ਼ਮੀਨ ਖਰੀਦਣੀ ਹੈ ਉਸ ਲਈ ਸੰਸਥਾਵਾਂ ਨੂੰ ਬਣਾਉਣ ਲਈ, ਉਹ ਕਾਨੂੰਨੀ ਕਿਰਿਆ ਅਨੁਸਾਰ ਹੋਣੀ ਚਾਹੀਦੀ ਹੈ ਜੀ। ਉਹ ਤੁਹਾਡੀ ਨਿੱਜੀ ਸੰਪत्ति ਨਹੀਂ ਜਾਂ ਤੁਸੀਂ ਆਪਣੀ ਨਿੱਜੀ ਸੰਪत्ति 'ਤੇ ਨਹੀਂ, ਕਾਨੂੰਨ ਦੀ ਜੋ ਕਾਨੂੰਨ ਦੀ ਪ੍ਰਕਿਰਿਆ ਹੁੰਦੀ ਹੈ ਰਾਜ ਸਰਕਾਰਾਂ ਦੀ, ਉਸ ਅਧਾਨ ਤੁਸੀਂ ਅਨੁਸਾਰ ਆਪਣੀ ਸਿੱਖਿਆ ਸੰਸਥਾਵਾਂ ਨੂੰ ਸਥਾਪਿਤ ਕਰ ਸਕਦੇ ਹੋ। ਸਿੱਖਿਆ ਸੰਸਥਾਵਾਂ ਨੂੰ ਸਹਾਇਤਾ ਦੇਣ ਵਿੱਚ ਰਾਜ ਕਿਸੇ ਸੰਸਥਾ ਵਿਰੁੱਧ ਇਸ ਆਧਾਰ 'ਤੇ ਭੇਦਭਾਵ ਨਹੀਂ ਕਰੇਗਾ, ਉਹ ਧਰਮ ਜਾਂ ਭਾਸ਼ਾ ਉੱਤੇ ਆਧਾਰਿਤ ਕਿਸੇ ਘੱਟ ਗਿਣਤੀ ਪ੍ਰਬੰਧ ਦੇ ਹੇਠ ਹੈ ਜੀ। ਲਓ ਜੀ, ਜੇ ਤੁਸੀਂ ਕਾਨੂੰਨ ਦੀ ਪ੍ਰਕਿਰਿਆ ਰਾਹੀਂ ਆਪਣੀ ਸਿੱਖਿਆ ਸੰਸਥਾਵਾਂ ਨੂੰ ਸਥਾਪਿਤ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਤੁਹਾਡੇ ਨਾਲ ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਉਸ ਲਈ ਤੁਹਾਨੂੰ ਪੂਰਨ ਆਜ਼ਾਦੀ ਹੈ ਜੀ, ਪਰ ਤੁਸੀਂ ਉਹ ਜੋ ਧਾਰਮਿਕ ਸੰਸਥਾਵਾਂ ਜਾਂ ਤਾਂ ਸਿੱਖਿਆ ਸੰਸਥਾਵਾਂ ਬਣਾਉਣਾ ਚਾਹੁੰਦੇ ਹੋ ਉਸ ਵਿੱਚ ਰਾਜ ਸਰਕਾਰਾਂ ਦੇ ਕਾਨੂੰਨ ਦੀ ਜੋ ਪ੍ਰਕਿਰਿਆ ਹੁੰਦੀ ਹੈ ਉਸ ਦਾ ਤੁਹਾਨੂੰ ਪਾਲਣ ਕਰਨਾ ਪਊਗਾ। ਨੰਬਰ 6 ਆਉਂਦਾ ਜੀ, ਮੌਲਿਕ ਅਧਿਕਾਰਾਂ ਨੂੰ ਮਾਨਣ ਦਾ ਸੰਵਿਧਾਨਕ ਅਧਿਕਾਰ। ਆਰਟੀਕਲ 31 ਕਹਿੰਦਾ ਜੀ, ਸਰਕਾਰ ਦੁਆਰਾ ਜਾਇਦਾਦ ਗ੍ਰਹਿਣ ਕਰਨ ਵਾਲੇ ਬਾਰੇ ਕਈ ਸੋਧਾਂ ਕੀਤੀਆਂ ਗਈਆਂ ਹਨ। ਲਓ ਜੀ, ਸਰਕਾਰ ਦੁਆਰਾ ਜਾਇਦਾਦਾਂ ਜੋ ਗ੍ਰਹਿਣ ਕਰਦੇ ਨੇ ਉਹਨਾਂ ਬਾਰੇ ਸਰਕਾਰ ਸੋਧਾਂ ਕਰੇਗੀ। ਨੰਬਰ 32 ਆਰਟੀਕਲ ਜੀ, ਜੇ ਕਿਸੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ ਤਾਂ ਇਹਨਾਂ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਦੇ ਦਰਵਾਜ਼ੇ ਖੁੱਲ੍ਹੇ ਹਨ। ਆਰਟੀਕਲ 32 ਕਹਿੰਦਾ ਜੀ, ਜੇ ਤੁਹਾਨੂੰ ਲੱਗਦਾ ਤੁਹਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਜੋ ਹੱਕ ਤੁਹਾਡੇ ਨੇ ਤੁਹਾਨੂੰ ਉਹਨਾਂ ਹੱਕਾਂ ਤੋਂ ਵੰਚਿਤ ਕੀਤਾ ਜਾਂਦਾ ਜਾਂ ਉਹ ਹੱਕ ਤੁਹਾਡੇ ਹੱਥ ਵਿੱਚੋਂ ਖੋਏ ਜਾਂਦੇ ਨੇ, ਤਾਂ ਤੁਸੀਂ ਆਪਣੀ ਸੁਰੱਖਿਆ ਲਈ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਜਾ ਸਕਦੇ ਹੋ। ਸੁਪਰੀਮ ਕੋਰਟ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ। ਮੌਲਿਕ ਅਧਿਕਾਰ ਵਿਸ਼ੇਸ਼ ਟਿੱਪਣੀ ਵੀ ਲਿਖੀ ਆ ਜੀ, ਮੌਲਿਕ ਅਧਿਕਾਰ ਉਹਨਾਂ ਅਧਿਕਾਰਾਂ ਦਾ ਹਨ ਜਿਨ੍ਹਾਂ ਤੋਂ ਬਿਨਾਂ ਕਿਸੇ ਵੀ ਇਨਸਾਨ ਦਾ ਜੀਵਨ ਸੌਖਾ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ, ਇਹ ਭਾਰਤ ਦਾ ਸੰਵਿਧਾਨ ਹਰ ਇੱਕ ਤਬਕੇ ਲਈ ਹੈ। ਇਸ ਨੂੰ ਬੜੇ ਸਹਿਜ, ਸੋਹਣੇ ਤੇ ਇੱਕ ਸੁੰਦਰਤ ਰੂਪ ਵਿੱਚ ਸੋਹਣ ਸਹਿਜਲ ਜੀ ਨੇ ਵੀ ਅਨੁਵਾਦ ਕੀਤਾ ਤੇ ਭੀਮ ਰਾਓ ਅੰਬੇਦਕਰ ਜੀ ਨੇ ਤੁਹਾਨੂੰ ਬੜੇ ਸੋਹਣੇ ਅਧਿਕਾਰ ਲੈ ਕੇ ਦਿੱਤੇ ਨੇ। ਤੁਸੀਂ ਕਿਸੇ ਦੇ ਹੇਠਾਂ ਨਹੀਂ ਲੱਗਣਾ, ਤੁਸੀਂ ਇਸ ਸੰਵਿਧਾਨ ਨੂੰ ਹੱਥ ਵਿੱਚ ਫੜ ਕੇ ਆਪਣੇ ਅਧਿਕਾਰ ਮੰਗ ਸਕਦੇ ਹੋ। ਮੌਲਿਕ ਅਧਿਕਾਰ ਉਹ ਅਧਿਕਾਰ ਹਨ ਜਿਨ੍ਹਾਂ ਤੋਂ ਬਿਨਾਂ ਕਿਸੇ ਇਨਸਾਨ ਦਾ ਜੀਵਨ ਸੌਖਾ ਨਹੀਂ। ਮੰਨ ਲਓ ਤੁਹਾਡੀ ਜੀਵਨ ਵਿੱਚ ਅੱਜ ਸੰਵਿਧਾਨ ਨਾ ਹੁੰਦਾ,
ਜੋ ਤੁਹਾਨੂੰ ਮਾੜੀਆਂ ਮੋਟੀਆਂ ਸਹੂਲਤਾਂ ਮਿਲਦੀਆਂ ਨੇ ਉਹ ਵੀ ਤੁਹਾਨੂੰ ਨਹੀਂ ਮਿਲਣੀਆਂ ਸੀ ਤੇ ਤੁਹਾਡਾ ਜੀਵਨ ਨਰਕ ਭਰਿਆ ਹੋ ਜਾਣਾ ਸੀ ਅਗਰ ਇਹ ਸੰਵਿਧਾਨ ਨਾ ਹੁੰਦਾ। ਇਸ ਸੰਵਿਧਾਨ ਦੇ ਅਨੁਸਾਰ ਹੀ ਤੁਹਾਨੂੰ ਜੋ ਅੱਜ ਥੋੜ੍ਹੀਆਂ ਮੋਟੀਆਂ ਸਹੂਲਤਾਂ ਮਿਲ ਰਹੀਆਂ ਨੇ ਇਹ ਇਸ ਸੰਵਿਧਾਨ ਰਾਹੀਂ ਮਿਲ ਰਹੀਆਂ ਨੇ। ਇਹ ਮਨੁੱਖ ਦੇ ਸੰਪੂਰਨ ਵਿਕਾਸ ਵਿੱਚ ਵੱਧ ਤੋਂ ਵੱਧ ਪ੍ਰਭਾਵ ਪਾਉਂਦਾ ਹੈ। ਇਹ ਸੰਵਿਧਾਨ ਸਾਡੇ ਮਨੁੱਖੀ ਜੀਵਨ ਨੂੰ ਉਧਾਰ ਕਰਨ ਲਈ ਜਾਂ ਅੱਗੇ ਤੋਰਨ ਲਈ ਉਹਨਾਂ ਅਧਿਕਾਰਾਂ ਵਿੱਚ ਸਾਡੇ ਜੀਵਨ 'ਤੇ ਵੱਧ ਤੋਂ ਵੱਧ ਪ੍ਰਭਾਵ ਪਾਉਂਦਾ ਜੀ, ਮੀਨਜ਼ ਕਿ ਸਾਨੂੰ ਸਹੂਲਤਾਂ ਦਿੰਦਾ। ਭਾਰਤ ਵਿੱਚ ਪਹਿਲਾਂ ਇਹ ਅਧਿਕਾਰ ਇੱਕ ਵਿਸ਼ੇਸ਼ ਵਰਗ ਦੇ ਹਿੱਸੇ ਵਿੱਚ ਹੁੰਦਾ ਸੀ। ਪਹਿਲਾਂ ਜੋ ਅਧਿਕਾਰ ਸੀਗੇ ਇਸ ਭਾਰਤ ਦੇ ਸੰਵਿਧਾਨ ਬਣਨ ਤੋਂ ਪਹਿਲਾਂ ਉਹ ਉੱਚੇ ਤਬਕੇ ਦੇ ਲੋਕਾਂ ਨੂੰ ਦਿੱਤੇ ਜਾਂਦੇ ਸੀਗੇ। ਆਪਣੇ ਵਰਗੇ ਗਰੀਬ ਲੋਕਾਂ ਦੇ ਹੱਥ ਕੁਛ ਨਹੀਂ ਆਉਂਦਾ ਸੀਗਾ। ਜੋ ਉੱਚੀਆਂ ਸ਼੍ਰੇਣੀਆਂ ਦੇ ਹੁੰਦੇ ਸੀ ਉਹਨਾਂ ਨੂੰ ਇਹ ਅਧਿਕਾਰ ਦਿੱਤੇ ਜਾਂਦੇ ਸੀਗੇ। ਪਰੰਤੂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਦੂਰ ਦ੍ਰਿਸ਼ਟੀ ਸਦਕਾ ਅੱਜ ਇਹ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਦੇ ਸਾਰੇ ਨਾਗਰਿਕਾਂ ਵਿੱਚ ਉਪਲਬਧ ਹੈ। ਆ ਗਈ ਜੀ ਉਹੀ ਗੱਲ, ਮੀਨਜ਼ ਕਿ ਪਹਿਲਾਂ ਜੋ ਅਧਿਕਾਰ ਇੱਕ ਵਿਸ਼ੇਸ਼ ਤਬਕਿਆਂ ਨੂੰ ਦਿੱਤੇ ਜਾਂਦੇ ਸੀਗੇ, ਉਸ ਤੋਂ ਬਾਅਦ ਜਦੋਂ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਤਾਂ ਉਸ ਵਿੱਚ ਉਹਨਾਂ ਨੇ ਸਭ ਨੂੰ ਇੱਕ ਸਨਮਾਨ ਮੀਨਜ਼ ਇੱਕ ਸਮਾਨ ਬਣਾ ਦਿੱਤਾ ਕਿ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਜੋ ਹੱਕ ਉੱਚ ਸ਼੍ਰੇਣੀ ਦੇ ਲੋਕਾਂ ਨੂੰ ਮਿਲਦੇ ਹਨ ਉਹੀ ਹੱਕ ਸਾਡੇ ਵਰਗੇ ਗਰੀਬ ਵਰਗ ਦੇ ਲੋਕਾਂ ਨੂੰ ਵੀ ਮਿਲਣੇ ਚਾਹੀਦੇ ਨੇ ਤੇ ਉਹਨਾਂ ਨੂੰ ਉਪਲਬਧ ਹੋਣੇ ਚਾਹੀਦੇ ਨੇ। ਭਾਰਤ ਦੇ ਮੂਲ ਸੰਵਿਧਾਨ ਅੰਦਰ ਮੌਲਿਕ ਅਧਿਕਾਰਾਂ ਦੀ ਗਿਣਤੀ 7 ਹੈ ਜੀ, 7 ਸੀ। ਜਦੋਂ ਇਹ ਸੰਵਿਧਾਨ ਬਣਿਆ ਨਹੀਂ ਸੀ ਜਾਂ ਬਣ ਰਿਹਾ ਸੀ, ਭਾਰਤ ਦੇ ਮੂਲ ਸੰਵਿਧਾਨ ਅੰਦਰ ਮੌਲਿਕ ਅਧਿਕਾਰਾਂ ਦੀ ਗਿਣਤੀ 7 ਸੀਗੀ ਜੀ, ਪਰ ਹੁਣ 6 ਹੈ। ਕਿਉਂਕਿ ਜਾਇਦਾਦ ਰੱਖਣ ਦੇ ਮੌਲਿਕ ਅਧਿਕਾਰ ਨੂੰ 44ਵੀਂ ਸੋਧ ਦੁਆਰਾ 300 ਦੇ ਆਰਟੀਕਲ ਤਹਿਤ ਸੰਵਿਧਾਨਿਕ ਅਧਿਕਾਰ ਬਣਾ ਲਿਆ ਗਿਆ, ਜੋ 6 ਅਧਿਕਾਰਾਂ ਅਧੀਨ ਹੋਣ ਦੇ ਅਧਿਕਾਰ ਇਸ ਪ੍ਰਕਾਰ ਹਨ। ਲਓ ਜੀ, ਪਹਿਲਾਂ ਸਾਡੇ ਕੋਲ 7 ਅਧਿਕਾਰ ਸੀਗੇ, ਪਰ ਉਸ ਤੋਂ ਬਾਅਦ ਉਹੀ ਸਮੇਂ ਦੀਆਂ ਸਰਕਾਰਾਂ ਨੇ ਜੀ ਜੋ ਬਦਲਣ ਦੀ ਕੋਸ਼ਿਸ਼ ਕੀਤੀਆਂ ਨੇ, ਮਿੰਜੇ ਸੰਵਿਧਾਨ ਦੇ ਉਲਟ ਚੱਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਉਹਨਾਂ ਵਿੱਚੋਂ 6 ਅਧਿਕਾਰ ਰਹਿ ਗਏ ਜੀ। ਜੋ 7ਵਾਂ ਅਧਿਕਾਰ ਸੀਗਾ ਉਹ ਤੁਹਾਡੇ ਕੋਲੋਂ ਖੋਹ ਲਿਆ ਗਿਆ ਜੀ। ਤੇ ਇਹਦੇ ਵਿੱਚ ਪਹਿਲਾ ਅਧਿਕਾਰ ਆ ਜੀ ਸਮਾਨਤਾ ਦਾ ਅਧਿਕਾਰ। ਇਹ ਤੇ ਧਾਰਾ ਲਾਗੂ ਹੁੰਦੀ ਆ ਜੀ 14 ਤੋਂ 18 ਤੱਕ। ਊੜਾ ਵਿੱਚ ਕਹਿੰਦਾ ਜੀ ਕਾਨੂੰਨ ਸਾਹਮਣੇ ਸਨਮਾਨਤਾ ਦਾ ਅਧਿਕਾਰ। ਜਦੋਂ ਵੀ ਤੁਸੀਂ ਕਿਸੇ ਸਰਕਾਰੀ ਤਬਕੇ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਂ ਕਿਤੇ ਵੀ ਜਾਂਦੇ ਹੋ ਉੱਥੇ ਤੁਹਾਨੂੰ ਕਾਨੂੰਨ ਸਾਹਮਣੇ ਪੂਰਾ ਸਨਮਾਨ ਦਿੱਤਾ ਜਾਊਗਾ। ਇਹ ਨਹੀਂ ਹੋਊਗਾ ਕਿ ਤੁਹਾਨੂੰ ਕਿਸੇ ਜਾਤ ਜਾਂ ਧਰਮ ਸੰਬੰਧੀ ਬੋਲ ਕੇ ਤੁਹਾਡਾ ਆਦਰ ਨਹੀਂ ਕੀਤਾ ਜਾਊਗਾ। ਆੜਾ ਕਹਿੰਦਾ ਜੀ ਧਰਮ, ਜਾਤ, ਰੰਗ, ਲਿੰਗ, ਜਨਮ ਸਥਾਨ ਜਾਂ ਆਧਾਰਤਾ ਦੇ ਵਿਤਕਰਾ ਨਾ ਕਰਨ ਦਾ ਅਧਿਕਾਰ। ਆੜਾ ਕਹਿੰਦਾ ਜੀ ਤੁਹਾਨੂੰ ਕਿਸੇ ਧਰਮ ਦੇ ਬਾਰੇ ਜਾਂ ਜਾਤ ਬਾਰੇ, ਰੰਗ ਬਾਰੇ, ਲਿੰਗ ਪਲਿੰਗ ਬਾਰੇ, ਜਨਮ ਸਥਾਨ ਦੇ ਆਧਾਰ 'ਤੇ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਕਿਸ ਧਰਮ, ਕਿਸ ਜਾਤ ਜਾਂ ਲਿੰਗ ਪਲਿੰਗ ਦੇ ਨਾਲ ਸੰਬੰਧ ਰੱਖਦੇ ਹੋ। ਇਹ ਤੁਹਾਨੂੰ ਪੂਰਾ ਅਧਿਕਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਲੈ ਕੇ ਦਿੱਤਾ ਜੀ। ਈੜੀ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਅਫਸਰ। ਪਹਿਲਾਂ ਜੋ ਸਰਕਾਰੀ ਨੌਕਰੀਆਂ ਸੀਗੀਆਂ ਜੀ ਉਹ ਉੱਚੇ ਤਬਕਿਆਂ ਤੇ ਉੱਚੇ ਘਰਾਣਿਆਂ ਨੂੰ ਹੁੰਦੀਆਂ ਸੀ। ਇਸ ਸੰਵਿਧਾਨ ਦੇ ਆਉਣ ਤੋਂ ਬਾਅਦ ਸਾਡੀ ਜ਼ਿੰਦਗੀ ਇੰਨੀ ਕੁ ਸੁਧਰ ਗਈ ਕਿ ਸਾਨੂੰ ਨੌਕਰੀ ਪ੍ਰਾਪਤ ਕਰਨ ਦੇ ਬਰਾਬਰ ਦੇ ਅਧਿਕਾਰ ਮਿਲਣ ਲੱਗ ਗਏ। ਜੋ ਗਰੀਬ ਤਬਕੇ ਦੇ ਲੋਕ ਸਨ ਜਿਨ੍ਹਾਂ ਨੂੰ ਨਕਾਰਿਆ ਜਾਂਦਾ ਸੀ, ਪਛੜੀਆਂ ਸ਼੍ਰੇਣੀਆਂ ਵਿੱਚ ਦਾਖਲ ਕੀਤਾ ਗਿਆ ਸੀ, ਉਹਨਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਜੀ ਬਰਾਬਰ ਦਾ ਅਧਿਕਾਰ ਹੋਵੇਗਾ। ਛੂਤਾਛਾਤ ਦੇ ਖਿਲਾਫ ਅਧਿਕਾਰ। ਛੂਤਛਾਤ ਦੀ ਮੈਂ ਤੁਹਾਨੂੰ ਕੱਲ੍ਹ ਵੀ ਆਰਟੀਕਲ ਸਮਝਾਇਆ ਸੀ ਵੀ ਜਦੋਂ ਸਾਡੇ ਤੋਂ ਕੋਈ ਘਿਣਾ ਕਰਦਾ ਵੀ ਤੂੰ ਕਿਸ ਇਸ ਜਾਤੀ ਦਾ, ਤੂੰ ਫਲਾਨੀ ਜਾਤੀ ਦਾ, ਪਰ ਬਾਬੇ ਨਾਨਕ ਦਾ ਜੀ ਸਭੀ ਮੁਕਾਤੇ ਸੀ ਵੀ ਸਭ ਇਨਸਾਨ ਇੱਕੋ ਹੀ ਨੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਬਸ ਇੱਕੋ ਹੀ ਧਰਮ ਆ ਜੀ। ਛੂਆਛਾਤ ਦੇ ਖਿਲਾਫ ਅਧਿਕਾਰ ਮੀਨਜ਼ ਕਿ ਜੇ ਤੁਹਾਡੇ ਨਾਲ ਕੋਈ ਛੂਆਛਾਤ ਜਾਂ ਧਰਮ, ਜਾਤ ਜਾਂ ਕਿਸੇ ਵੀ ਧਰਮ ਵਿਵਸਥਾ ਜਾਂ ਮਜ਼ਹਬ ਰਾਹੀਂ ਤੁਹਾਨੂੰ ਕੋਈ ਮੈਂਟਲੀ ਜਾਂ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਦਾ, ਉਸ ਦੇ ਖਿਲਾਫ ਤੁਹਾਡੇ ਕੋਲ ਅਧਿਕਾਰ ਆ ਅਤੇ ਉਹ ਪੂਰਨ ਸਜ਼ਾ ਪਾਉਣ ਦਾ ਹੱਕਦਾਰ ਹੋਵੇਗਾ ਜੋ ਤੁਹਾਨੂੰ ਜੀ ਛੂਆਛਾਤ ਦੇ ਵਿੱਚ ਰੱਖ ਕੇ ਤੁਹਾਨੂੰ ਟੌਰਚਰ ਕਰ ਰਿਹਾ। ਹਾਹਾ ਕਹਿੰਦਾ ਜੀ ਭੇਦਭਾਵ ਕਰਨ ਅਤੇ ਖਿਤਾਬਾਂ ਅਤੇ ਅਹੁਦਿਆਂ ਦੇ ਖਾਤਮੇ ਸੰਬੰਧੀ ਅਧਿਕਾਰ। ਭੇਦਭਾਵ ਨਹੀਂ ਕੀਤਾ ਜਾਊਗਾ ਜੀ। ਖਿਤਾਬਾਂ ਅਤੇ ਅਹੁਦਿਆਂ ਖਾਤਮਿਆਂ ਸੰਬੰਧੀ ਅਧਿਕਾਰ ਹਰ ਇੱਕ ਵਰਗ ਨੂੰ,
ਇੱਕੋ ਜਿਹੀ ਸਮਾਨਤਾ ਹੋਊਗੀ, ਇੱਕੋ ਜਿਹੇ ਅਧਿਕਾਰ ਹੋਣਗੇ। ਨੰਬਰ 2 ਕਹਿੰਦਾ ਜੀ ਸੁਤੰਤਰਤਾ ਦਾ ਅਧਿਕਾਰ 19 ਤੋਂ ਧਾਰਾ 19 ਤੋਂ 22 ਤੱਕ। ਲਓ ਜੀ ਧਾਰਾ 19 ਤੋਂ 22 ਤੱਕ 19 20 21 22 ਤੁਹਾਨੂੰ ਜੀ ਸੁਤੰਤਰਤਾ ਦਾ ਅਧਿਕਾਰ ਆ। ਊੜਾ ਇਸ ਦਾ ਭਾਵ ਹੈ ਆਜ਼ਾਦੀ ਬੋਲਣ ਦੀ ਜੀ। ਧਾਰਾ 19 ਤੋਂ ਲੈ ਕੇ 22 ਤੱਕ ਤੁਹਾਨੂੰ ਪੂਰਨ ਰੂਪ ਵਿੱਚ ਬੋਲਣ ਦੀ ਆਜ਼ਾਦੀ ਆ ਜੀ। ਤੁਸੀਂ ਕਿਸੇ ਵੀ ਸਰਕਾਰੀ ਅਧਿਕਾਰੀਆਂ ਕੋਲ, ਕਿਸੇ ਵੀ ਮਹਿਕਮਿਆਂ ਕੋਲ, ਕਿਸੇ ਵੀ ਮਹਿਲ ਮਨਾਰਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਜੀ। ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਜੇ ਤੁਹਾਨੂੰ ਗਲਤ ਲੱਗੇ ਤਾਂ ਤੁਸੀਂ ਉਸ ਸੰਬੰਧੀ ਆਪਣੀ ਆਵਾਜ਼ ਚੁੱਕ ਸਕਦੇ ਹੋ। ਧਾਰਨਾ ਦੇਣ ਦੀ, ਸੰਗਠਨ ਬਣਾਉਣ ਦੀ, ਸ਼ਾਂਤੀਪੂਰਵਕ ਇਕੱਠ ਕਰਨ ਦੀ, ਦੇਸ਼ ਵਿੱਚ ਕਿਤੇ ਵੀ ਆਉਣ ਜਾਣ ਦੀ, ਬਸਣ ਦੀ, ਕਾਨੂੰਨ ਅਨੁਸਾਰ ਕੋਈ ਕੰਮ ਕਰਨ ਦੀ ਪੂਰਨ ਰੂਪ 'ਤੇ ਤੁਹਾਨੂੰ ਆਜ਼ਾਦੀ ਹੈ ਜੀ। ਇਹਦੇ ਵਿੱਚ ਜੀ ਤੁਹਾਨੂੰ ਬੋਲਣ ਦੀ ਆਜ਼ਾਦੀ ਜੀ, ਤੁਹਾਨੂੰ ਧਾਰਨਾ ਦੇਣ ਦੀ ਆਜ਼ਾਦੀ। ਜੇਕਰ ਤੁਸੀਂ ਰਾਜ ਸਰਕਾਰਾਂ ਦੇ ਕਿਸੇ ਕੰਮ ਤੋਂ ਵੰਚਿਤ ਹੋ ਜਾਂ ਤੁਹਾਨੂੰ ਰਾਜ ਸਰਕਾਰਾਂ ਦੇ ਕੰਮ ਵਧੀਆ ਨਹੀਂ ਲੱਗਦੇ ਜਾਂ ਤੁਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਂਤੀਪੂਰਵਕ ਧਾਰਨਾ ਦੇਣ ਦਾ ਹੱਕ ਰੱਖਦੇ ਹੋ। ਇਹ ਆਰਟੀਕਲ 32 ਦੇ ਮੌਲਿਕ ਅਧਿਕਾਰਾਂ ਵਿੱਚ ਜੀ ਤੁਹਾਨੂੰ ਪੂਰਨ ਰੂਪ ਵਿੱਚ ਆਜ਼ਾਦੀ ਦਿੱਤੀ ਗਈ ਆ ਜੀ, ਜੋ ਤੁਹਾਨੂੰ ਬੋਲਣ ਦੀ ਆਜ਼ਾਦੀ, ਧਰਨਾ ਲਾਉਣ ਦੀ ਆਜ਼ਾਦੀ, ਸ਼ਾਂਤੀਪੂਰਵਕ ਇਕੱਠ ਕਰਨ ਦੀ ਆਜ਼ਾਦੀ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਜੀ ਲੈ ਕੇ ਦਿੱਤੀ ਆ, ਜੋ ਇਸ ਭਾਰਤੀ ਸੰਵਿਧਾਨ ਦੇ ਵਿੱਚ ਮੌਜੂਦ ਆ। ਅਸੀਂ ਤੁਹਾਨੂੰ ਵਾਰ-ਵਾਰ ਕਿਉਂ ਕਹਿੰਦੇ ਆ, ਸੰਵਿਧਾਨ ਨੂੰ ਪੜ੍ਹੋ ਤੇ ਵਿਚਾਰੋ। ਆਪਣੇ ਜੀਵਨ ਵਿੱਚ ਇਸ ਦੀ ਬਹੁਤ ਵੱਡੀ ਤੁਹਾਡੇ ਜੀਵਨ ਵਿੱਚ ਦੇਣ ਆ, ਅਗਰ ਤੁਸੀਂ ਇਹ ਸੰਵਿਧਾਨ ਪੜ੍ਹ ਕੇ ਆਪਣੇ ਜੀਵਨ ਨੂੰ ਇੱਕ ਸੁੰਦਰ ਢੰਗ ਨਾਲ ਚਲਾ ਸਕਦੇ ਹੋ। ਆੜਾ ਕਹਿੰਦਾ ਜੀ ਅਪਰਾਧਾਂ ਤੋਂ ਸੁਰੱਖਿਆ ਦਾ ਅਧਿਕਾਰ। ਤੁਹਾਨੂੰ ਅਪਰਾਧਾਂ ਤੋਂ ਸੁਰੱਖਿਆ ਦਾ ਅਧਿਕਾਰ ਦਿੱਤਾ ਜਾਂਦਾ ਜੀ। ਜੇ ਤੁਹਾਡੇ ਨਾਲ ਕੋਈ ਗਲਤ ਵਤੀਰਾ ਕਰਦਾ ਜਾਂ ਗਲਤ ਇਲਜ਼ਾਮ ਲਾਉਂਦਾ, ਤੁਹਾਡੀ ਸੁਰੱਖਿਆ ਤੁਹਾਨੂੰ ਰਾਜ ਸਰਕਾਰਾਂ ਦੇਣਗੀਆਂ ਜੀ। ਈਡੀ ਕਹਿੰਦਾ ਸਵੈ ਮਾਣ ਜੀਣ ਦਾ ਅਧਿਕਾਰ। ਤੁਹਾਨੂੰ ਇੱਜ਼ਤ ਨਾਲ, ਮਾਣ ਸਤਿਕਾਰ ਨਾਲ ਜੀਣ ਦਾ ਪੂਰਾ ਅਧਿਕਾਰ ਆ ਜੀ। ਸੱਸਾ ਕਹਿੰਦਾ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਖਿਲਾਫ ਅਧਿਕਾਰ। ਕੋਈ ਵੀ ਤੁਹਾਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਨਹੀਂ ਕਰ ਸਕਦਾ। ਤੁਸੀਂ ਉਸ ਦੇ ਖਿਲਾਫ ਆਪਣੇ ਅਧਿਕਾਰਾਂ ਦਾ ਤੁਸੀਂ ਉਪਯੋਗ ਕਰ ਸਕਦੇ ਹੋ। ਇਹ ਤੁਹਾਨੂੰ ਅਧਿਕਾਰ ਇਸ ਸੰਵਿਧਾਨ ਦੇ ਅੰਦਰ ਨੇ। ਹਾਹਾ ਕਹਿੰਦਾ ਜੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ। ਹਰ ਤਬਕਾ, ਕਿਸੇ ਧਰਮ ਵੀ, ਕਿਸੇ ਜਾਤ ਨਾਲ ਜਾਂ ਕਿਸੇ ਧਰਮ ਮਜ਼ਹਬ ਨਾਲ ਜੋ ਸੰਬੰਧ ਰੱਖਦਾ, ਉਸ ਨੂੰ ਪੂਰਨ ਰੂਪ ਵਿੱਚ ਬਰਾਬਰ ਦਾ ਹੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਆ ਜੀ। 3 ਨੰਬਰ ਕਹਿੰਦਾ ਜੀ ਸ਼ੋਸ਼ਣ ਦੇ ਖਿਲਾਫ ਅਧਿਕਾਰ। ਧਾਰਾ 23 ਤੋਂ ਲੈ ਕੇ 24। ਧਾਰਾ 23-24 ਵਿੱਚ ਗੁਲਾਮੀ, ਬੰਗਾਰ ਤੇ ਬਾਲ ਮਜ਼ਦੂਰੀ ਤੇ ਰੋਕ। ਧਾਰਾ 23-24 ਕਹਿੰਦੀ ਆ ਜੀ ਕਿਸੇ ਦੀ ਗੁਲਾਮੀ ਤੁਸੀਂ ਸਹਿਣ ਨਹੀਂ ਕਰ ਸਕਦੇ, ਕੋਈ ਤੁਹਾਨੂੰ ਗੁਲਾਮ ਨਹੀਂ ਬਣਾ ਸਕਦਾ, ਕੋਈ ਤੁਹਾਡੇ ਤੋਂ ਧੱਕੇ ਨਾਲ ਬਾਲ ਮਜ਼ਦੂਰੀ ਨਹੀਂ ਕਰਾ ਸਕਦਾ। ਇਸ ਲਈ ਠੋਸ ਪ੍ਰਬੰਧ ਇਸ ਸੰਵਿਧਾਨ ਵਿੱਚ ਕੀਤੇ ਗਏ ਨੇ। ਨੰਬਰ 4 ਜੀ ਧਾਰਮਿਕ ਅਤੇ ਸੱਭਿਆਚਾਰਕ ਆਜ਼ਾਦੀ ਦਾ ਅਧਿਕਾਰ। ਧਾਰਾ 25 ਤੋਂ 28 ਤੱਕ। ਊੜਾ ਕਹਿੰਦਾ ਜੀ ਕਿਸੇ ਧਰਮ ਨੂੰ ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ। ਤੁਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹੋ, ਕਿਸੇ ਧਰਮ ਦਾ ਪ੍ਰਚਾਰ ਕਰ ਸਕਦੇ ਹੋ, ਇਸ ਦਾ ਤੁਹਾਨੂੰ ਪੂਰਾ ਅਧਿਕਾਰ ਹੈ ਜੀ। ਆੜਾ ਕਹਿੰਦਾ ਜੀ ਧਾਰਮਿਕ ਸੰਸਥਾਵਾਂ ਤੇ ਕੰਮ ਕਾਰਜ ਨੂੰ ਚਲਾਉਣ ਦਾ ਅਧਿਕਾਰ। ਅਗਰ ਧਾਰਮਿਕ ਸੰਸਥਾਵਾਂ ਦਾ ਤੁਹਾਡੇ ਕੋਲ ਜੀ ਪੂਰਾ ਮੀਨਜ਼ ਤੁਹਾਡੇ ਕੋਲ ਉਹਦਾ ਇੰਨਾ ਕੁ ਹੱਕ ਹੈਗਾ ਕਿ ਤੁਸੀਂ ਉਹਨਾਂ ਨੂੰ ਚਲਾ ਸਕਦੇ ਹੋ ਤਾਂ ਪੂਰਨ ਰੂਪ ਤੁਹਾਨੂੰ ਉਹਦਾ ਅਧਿਕਾਰ ਆ ਜੀ। ਤੁਸੀਂ ਧਾਰਮਿਕ ਸੰਸਥਾਵਾਂ ਨੂੰ ਚਲਾ ਸਕਦੇ ਹੋ। ਈਡੀ ਕਹਿੰਦੀ ਹੈ ਜੀ ਧਾਰਮਿਕ ਸੰਸਥਾਵਾਂ ਦੁਆਰਾ ਜ਼ਬਰਦਸਤੀ ਚੰਦਾ ਜਾਂ ਦਾਨ ਲੈਣ ਦੇ ਖਿਲਾਫ। ਕੋਈ ਵੀ ਧਾਰਮਿਕ ਸੰਸਥਾਵਾਂ ਜੀ ਤੁਹਾਨੂੰ ਜ਼ਬਰਦਸਤੀ ਦਾਨ ਪੇਟੀ ਵਿੱਚ ਚੰਦਾ ਪਾਉਣ ਲਈ ਮਜਬੂਰ ਨਹੀਂ ਕਰ ਸਕਦੀਆਂ। ਇਸ ਖਿਲਾਫ ਵੀ ਤੁਹਾਨੂੰ ਅਧਿਕਾਰ ਦਿੱਤਾ ਜੀ। ਸੱਸਾ ਕਹਿੰਦਾ ਜੀ ਧਾਰਮਿਕ ਅਤੇ ਵਿੱਦਿਆ ਸੰਸਥਾਵਾਂ ਚਲਾਉਣ ਦਾ ਅਧਿਕਾਰ। ਤੁਹਾਨੂੰ ਧਾਰਮਿਕ ਵਿੱਦਿਆ ਤੇ ਸੰਸਥਾਵਾਂ ਚਲਾਉਣ ਦਾ ਪੂਰਨ ਅਧਿਕਾਰ ਆ ਜੀ। ਕੋਈ ਤੁਹਾਨੂੰ ਰੋਕ ਨਹੀਂ ਸਕਦਾ, ਕੋਈ ਵੰਚਿਤ ਨਹੀਂ ਕਰ ਸਕਦਾ। ਸੱਭਿਆਚਾਰਕ ਅਤੇ ਘੱਟ ਗਿਣਤੀ ਲੋਕਾਂ ਦੁਆਰਾ ਵਿੱਦਿਆ ਸੰਸਥਾਵਾਂ ਖੋਲ੍ਹਣ ਦਾ ਅਧਿਕਾਰ। ਧਾਰਾ 29 ਤੇ 30 ਵਿੱਚ ਹੈ ਜੀ ਸਾਰੇ ਲੋਕ ਆਪਣੇ ਸੱਭਿਆਚਾਰ ਨੂੰ ਸੰਭਾਲਣ ਅਤੇ ਪ੍ਰਚਾਰ ਕਰਨ ਦਾ ਹੱਕ ਰੱਖਦੇ ਹਨ। ਘੱਟ ਗਿਣਤੀ ਆਪਣੇ ਸਾਹਿਤ ਅਤੇ ਸੱਭਿਆਚਾਰ ਦੇ ਫੈਲਾਅ ਲਈ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕਰ ਸਕਦੀਆਂ। ਲਓ ਜੀ ਇਹਦੇ ਵਿੱਚ ਲਿਖਿਆ ਸਾਰੇ ਲੋਕ ਆਪਣੇ ਸੱਭਿਆਚਾਰ ਨੂੰ ਸੰਭਾਲ ਸਕਦੇ ਨੇ, ਪ੍ਰਚਾਰ ਕਰ ਸਕਦੇ ਨੇ, ਆਪਣੇ ਹੱਕ ਰੱਖ ਸਕਦੇ ਨੇ। ਘੱਟ ਗਿਣਤੀਆਂ ਅਤੇ ਸਾਹਿਤ ਸੱਭਿਆਚਾਰਾਂ ਦਾ ਫੈਲਾਅ ਲਈ ਧਾਰਮਿਕ ਵਿੱਦਿਆ ਜਾਂ ਵਿੱਦਿਅਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਸਥਾਪਿਤ ਕਰ ਸਕਦੇ ਨੇ। 6ਵਾਂ ਨੰਬਰ ਕਹਿੰਦਾ ਜੀ ਸੰਪਤੀ ਰੱਖਣ ਦਾ ਅਧਿਕਾਰ। ਸੰਪਤੀ ਧਾਰਾ 31 ਨੰਬਰ ਜੀ 1978 ਵਿੱਚ ਕੀਤੀ 44ਵੀਂ ਸੋਧ ਰਾਹੀਂ ਇਹ ਮੌਲਿਕ ਅਧਿਕਾਰਾਂ ਨੂੰ ਧਾਰਾ 300A ਤਹਿਤ
ਇੱਕ ਸੰਵਿਧਾਨਕ ਅਧਿਕਾਰ ਬਣਾ ਦਿੱਤਾ ਜਾਵੇ। 1978 ਵਿੱਚ 44ਵੀਂ ਜੀ ਸੋਧ ਹੋਈ ਆ, ਉਸ ਵਿੱਚ ਮੌਲਿਕ ਦੀ ਅਧਿਕਾਰਾਂ ਦੀ ਧਾਰਾ 300A ਤਹਿਤ ਸੰਵਿਧਾਨਕ ਅਧਿਕਾਰ ਬਣਾ ਦਿੱਤਾ। ਨੰਬਰ 7 ਮੌਲਿਕ ਅਧਿਕਾਰਾਂ ਦੀ ਕਾਨੂੰਨ ਸੁਰੱਖਿਆ ਦਾ ਅਧਿਕਾਰ, ਧਾਰਾ 32 ਮੌਲਿਕ ਅਧਿਕਾਰਾਂ ਜਾਂ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਕੋਈ ਵੀ ਸਿੱਧਾ ਦੇਸ਼ ਦੀ ਸਰਵਉੱਚ ਅਦਾਲਤ ਭਾਵ ਸੁਪਰੀਮ ਕੋਰਟ ਵਿੱਚ ਆਪਣੀ ਸ਼ਿਕਾਇਤ ਦੇ ਸਕਦਾ। ਇਸ ਦਾ ਅਰਥ ਹੈ ਕਿ ਧਾਰਾ 32 ਸਾਡੇ ਸਾਰੇ ਹੀ ਉਪਰੋਕਤ ਮੌਲਿਕ ਅਧਿਕਾਰਾਂ ਦੀ ਰਾਖੀ ਕਰਦੀ ਹੈ। ਲਓ ਜੀ, ਧਾਰਾ 7 ਮੌਲਿਕ ਅਧਿਕਾਰ 7 ਵਿੱਚ ਲਿਖਿਆ ਜੀ, ਤੁਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਕਿਸੇ ਵੀ ਸਰਵਉੱਚ ਨਿਆਂਪਾਲੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ, ਉੱਥੇ ਸ਼ਿਕਾਇਤ ਦਰਜ ਕਰਾ ਸਕਦੇ ਹੋ। ਅਤੇ ਧਾਰਾ 32 ਦੇ ਸਾਰੇ ਉਪਰੋਕਤ ਮੌਲਿਕ ਅਧਿਕਾਰਾਂ ਦੀ ਤੁਹਾਡੀ ਸੁਪਰੀਮ ਕੋਰਟ ਰਾਖੀ ਕਰੂਗੀ। ਲਓ ਜੀ, ਇਹ ਜੋ ਸਾਡੇ ਅੱਜ ਦੇ ਵਿਸ਼ੇ ਸੀ, ਅਸੀਂ 32 ਆਰਟੀਕਲ ਪੜ੍ਹੇ ਨੇ ਜੀ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਰੋਜ਼ ਤੁਹਾਨੂੰ ਜਿੰਨਾ ਕੁ ਸਮਝ ਆ ਸਕੇ ਓਨਾ ਕੁ ਸਮਝਾ ਸਕੀਏ। ਇਸ ਵਿੱਚ ਤੁਸੀਂ ਅੱਜ ਸੁਣਿਆ ਵੀ ਤੁਹਾਡੇ ਮੌਲਿਕ ਅਧਿਕਾਰ ਕੀ ਨੇ ਜੀ। ਤੁਹਾਨੂੰ ਧਾਰਮਿਕ ਸਿੱਖਿਆ ਲਈ ਜਾਂ ਸਿੱਖਿਆ ਸੰਸਥਾਵਾਂ ਲਈ ਹਰ ਪ੍ਰਕਾਰ ਦੀ ਬਰਾਬਰ ਦੀ ਸਮਾਨਤਾ, ਤੁਸੀਂ ਆਪਣੇ ਅਧਿਕਾਰਾਂ ਨੂੰ ਵਰਤ ਸਕਦੇ ਹੋ ਅਤੇ ਆਪਣੀ ਜ਼ਿੰਦਗੀ 'ਚ ਅਪਣਾ ਸਕਦੇ ਹੋ। ਅਸੀਂ ਵਾਰ-ਵਾਰ ਕਹਿੰਦੇ ਹਾਂ ਜੀ, ਇਹ ਜੋ ਸਾਡੇ ਹੱਥ ਵਿੱਚ ਭਾਰਤ ਦਾ ਸੰਵਿਧਾਨ ਹੈ, ਇਹ ਕਿਸੇ ਧਰਮ, ਕਿਸੇ ਜਾਤ ਜਾਂ ਕਿਸੇ ਮਜ਼ਹਬ ਦਾ ਨਹੀਂ, ਇਹ ਤੁਹਾਡੇ ਆਪਣੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹੈ ਜੀ। ਇਸ ਸੰਵਿਧਾਨ ਨੂੰ ਵੱਧ ਤੋਂ ਵੱਧ ਪੜ੍ਹੋ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਦਾ ਪ੍ਰਚਾਰ ਕਰੋ। ਆਪਣੇ ਬੱਚਿਆਂ ਨੂੰ ਇਸ ਨੂੰ ਸਕੂਲ ਤੋਂ ਹੀ ਲੈ ਕੇ ਦਿਓ ਜੀ, ਤਾਂ ਕਿ ਸਕੂਲ ਦੇ ਵਿੱਚ ਹੋਰ ਸਬਜੈਕਟਾਂ ਦੇ ਬਰਾਬਰ ਇਸ ਸਬਜੈਕਟ ਨੂੰ ਵੀ ਤੁਸੀਂ ਆਪਣੇ ਬੱਚਿਆਂ ਦੇ ਕਿਤਾਬਾਂ ਦੇ ਨਾਲ ਸ਼ਾਮਲ ਕਰੋ, ਤਾਂ ਕਿ ਤੁਹਾਡੇ ਬੱਚਿਆਂ ਨੂੰ ਸਕੂਲੀ ਜ਼ਿੰਦਗੀ ਤੋਂ ਹੀ ਪਤਾ ਲੱਗ ਸਕੇ ਕਿ ਸਾਡੇ ਮੌਲਿਕ ਅਧਿਕਾਰ ਕੀ ਨੇ। ਤੁਹਾਨੂੰ ਅੱਜ ਇਹੋ ਜਿਹੀ ਜ਼ਿੰਦਗੀ ਬਤੀਤ ਕਰਨ ਦੀ ਲੋੜ ਨਾ ਪੈਂਦੀ ਜੇ ਤੁਹਾਡੀ ਜ਼ਿੰਦਗੀ ਵਿੱਚ ਇਹ ਭਾਰਤ ਦਾ ਸੰਵਿਧਾਨ ਤੁਸੀਂ ਪੜ੍ਹਿਆ ਹੁੰਦਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੁੰਦਾ। ਅੱਜ ਤੁਸੀਂ ਦੇਸ਼ ਹੀ ਰਹੇ ਹੋ ਜੀ, ਸਾਰੇ ਅਧਿਕਾਰ, ਸਾਰੇ ਮੌਲਿਕ ਅਧਿਕਾਰ ਸਿਰਫ ਚੰਦ ਘਰਾਣਿਆਂ ਦੇ ਕੋਲ ਰਹਿ ਗਏ ਨੇ ਜੀ। ਗਰੀਬ ਲਈ ਕੋਈ ਅਧਿਕਾਰ ਨਹੀਂ, ਕੋਈ ਪ੍ਰਣਾਲੀ ਨਹੀਂ, ਕੋਈ ਸਿੱਖਿਆ ਦਾ ਖਾਸ ਪ੍ਰਬੰਧ ਨਹੀਂ, ਕੋਈ ਸਿਹਤ ਸੰਬੰਧੀ ਪ੍ਰਬੰਧ ਨਹੀਂ। ਗਰੀਬ ਤਾਂ ਜੀ ਨਰਕ ਭਰੀ ਜ਼ਿੰਦਗੀ ਜਿਉ ਰਿਹਾ। ਸੋ ਇਹੀ ਬੇਨਤੀ ਆ ਜੀ ਤੁਹਾਡੇ ਚਰਨਾਂ ਦੇ ਵਿੱਚ ਵਾਰ-ਵਾਰ ਕਿ ਇਸ ਭਾਰਤ ਦੇ ਸੰਵਿਧਾਨ ਨੂੰ ਆਪਣੇ ਘਰਾਂ 'ਚ ਲਿਆਓ, ਆਪਣੇ ਸਕੂਲਾਂ, ਲਾਇਬ੍ਰੇਰੀਆਂ 'ਚ ਸਥਾਪਿਤ ਕਰੋ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਓ, ਤਾਂ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਸਕੇ। ਤੁਹਾਡੇ ਬੱਚੇ ਵੀ ਪੜ੍ਹ ਲਿਖ ਕੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬਰਾਬਰ ਬਣ ਸਕਣ ਅਤੇ ਭਾਰਤ ਦੇ ਸੰਵਿਧਾਨ ਵਿੱਚ ਆਪਣਾ ਯੋਗਦਾਨ ਪਾ ਸਕਣ। ਕੁਝ ਸਰਕਾਰੀ, ਕੁਝ ਚੰਦ ਲੋਕਾਂ ਨੇ ਇਸ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਤਾਂ ਕਿ ਤੁਹਾਡੇ ਵਰਗੇ ਲੋਕਾਂ ਨੂੰ ਜਾਂ ਮੇਰੇ ਵਰਗੇ ਗਰੀਬ ਤਬਕੇ ਦੇ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਸਕੇ। ਸੋ ਇਹੀ ਬੇਨਤੀ ਹੈ ਜੀ, ਇਸ ਸੰਵਿਧਾਨ ਨੂੰ ਪੜ੍ਹੋ, ਇਸ ਸੰਵਿਧਾਨ ਨੂੰ ਵੱਧ ਤੋਂ ਵੱਧ ਗਹਿਰਾਈ ਤੱਕ ਪੜ੍ਹੋ, ਤਾਂ ਕਿ ਤੁਸੀਂ ਆਪਣੇ ਮੌਲਿਕ ਅਧਿਕਾਰਾਂ ਬਾਰੇ ਜਾਣ ਸਕੋ। ਸੋ ਸੰਵਿਧਾਨ ਪੜ੍ਹਦੇ ਸਮੇਂ ਜਾਂ ਉਹਨਾਂ ਦੇ ਅਰਥ ਸਮਝਾਉਂਦੇ ਸਮੇਂ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਨਿਮਾਣਾ ਜਿਹਾ ਜੀ ਦਾਸ ਸਮਝ ਕੇ ਮਾਫ਼ ਕਰ ਦਿਓ। ਤੁਹਾਡੇ ਚਰਨਾਂ ਵਿੱਚ ਫਤਿਹ ਕਬੂਲ ਕਰਿਓ ਜੀ। ਇਸ ਸੰਵਿਧਾਨ ਦਾ ਅਸੀਂ ਅਗਲਾ ਪੜਾਅ ਕੱਲ੍ਹ ਪੜਾਂਗੇ ਜੀ। ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕੁਝ ਜਾਣੂ ਜਾਂ ਤੁਹਾਨੂੰ ਕੋਈ ਸਿੱਖਿਆ ਦੇ ਸਕੀਏ, ਤਾਂ ਕਿ ਤੁਹਾਡੀ ਜ਼ਿੰਦਗੀ ਬਦਲ ਸਕੇ, ਤਾਂ ਤੁਸੀਂ ਆਪਣੀ ਨਰਕ ਭਰੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਇੱਕ ਅਸਲ ਜ਼ਿੰਦਗੀ ਦੇ ਵਿੱਚ ਆ ਸਕੋ। ਸੋ ਬਹੁਤੀਆਂ ਗੱਲਾਂ ਨਹੀਂ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਕਬੂਲ ਕਰਿਓ ਜੀ। ਸਤਿ ਸ਼੍ਰੀ ਅਕਾਲ।